हाँ जी प्यारे विद्यार्थियों, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਜੇ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਕੱਢੀਆਂ ਗਈਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਦੀਆਂ ਪੋਸਟਾਂ ਦੇ ਲਈ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਇਹ ਪੋਸਟਾਂ ਦਿੱਲੀ ਦੇ ਵਿੱਚ ਫੈਮਿਲੀ ਵੈਲਫੇਅਰ ਐਕਸਟੈਂਸ਼ਨ ਐਜੂਕੇਟਰ ਦੇ ਨਾਮ 'ਤੇ ਵੀ ਅਨਾਉਂਸ ਕੀਤੀਆਂ ਗਈਆਂ ਹਨ। ਸੋ ਦੋਨਾਂ ਦੇ ਲਈ ਸੇਮ ਸਿਲੇਬਸ ਹੈ ਅਤੇ ਇਹ ਕੰਟੈਂਟ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਇਹ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਤਿੰਨੋਂ ਭਾਸ਼ਾ ਦੇ ਵਿੱਚ ਤਿਆਰ ਕੀਤਾ ਗਿਆ ਹੈ ਅਤੇ 100% ਪੇਪਰ ਦੇ ਨਾਲ ਤੁਹਾਡੇ ਰੈਲੇਵੈਂਟ ਹੈ। ਠੀਕ ਹੈ ਜੀ। ਕੰਪਲੀਟ ਸਟੱਡੀ ਮਟੀਰੀਅਲ ਤੁਹਾਨੂੰ ਮੇਰੇ ਐਪ OCDC ਐਜੂ ਪੁਆਇੰਟ ਦੇ ਉੱਪਰ ਉਪਲਬਧ ਹੋਵੇਗਾ, ਜੋ ਤੁਸੀਂ ਵਾਜਬ ਫੀਸ ਦੇ ਕੇ ਐਪ ਦੇ ਉੱਪਰ ਪਰਚੇਜ਼ ਕਰ ਸਕਦੇ ਹੋ। ਅਤੇ ਕੁਝ ਡੈਮੋ ਕੁਐਸਚਨ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਦੇਣ ਜਾ ਰਿਹਾ ਹੈਗਾ। ਤਾਂ ਆਪਣਾ ਇਸ ਵੀਡੀਓ ਜਿਹੜਾ ਮੇਨ ਟੌਪਿਕ ਹੈ ਉਹ ਰਹੇਗਾ ਅੰਕੜੇ ਇਕੱਤਰ ਕਰਨਾ। ਠੀਕ ਹੈ ਜੀ। ਜਿਹੜੇ ਆਪਣੇ ਡੇਟਾ ਕਲੈਕਸ਼ਨ ਹੁੰਦਾ ਗਾ ਉਹਦੇ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ ਤੁਹਾਡੇ ਬਲਾਕ ਐਕਸਟੈਂਸ਼ਨ ਐਜੂਕੇਟਰ ਪ੍ਰੋਗਰਾਮ ਦੇ ਵਿੱਚ। ਤਾਂ ਡਾਟਾ ਨਾਲ ਸੰਬੰਧਿਤ ਬਹੁਤ ਸਾਰੇ ਕੁਐਸਚਨ ਪੇਪਰ 'ਚ ਪੁੱਛੇ ਜਾਣਗੇ, ਤਾਂ ਉਸ ਦੇ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ। ਕੁਐਸਚਨ ਨੰਬਰ 1 ਸ਼ੁਰੂ ਕਰਦੇ ਹਾਂ। ਸੋ ਕੁਐਸਚਨ ਨੰਬਰ 1 ਹੈਗਾ, ਵਾਟ ਇਜ਼ ਦਾ ਪ੍ਰਾਇਮਰੀ ਮੈਥਡ ਆਫ ਡੇਟਾ ਕਲੈਕਸ਼ਨ ਯੂਜ਼ਡ ਬਾਈ ਐਕਸਟੈਂਸ਼ਨ ਐਜੂਕੇਟਰ ਇਨ ਹੈਲਥ ਪ੍ਰੋਗਰਾਮ। ਸਿਹਤ ਪ੍ਰੋਤਸਾਹਨ ਵਿੱਚ ਐਕਸਟੈਂਸ਼ਨ ਐਜੂਕੇਟਰ ਦੁਆਰਾ ਵਰਤੇ ਜਾਣ ਵਾਲੇ ਡੇਟਾ ਇਕੱਤਰ ਕਰਨ ਦਾ ਪ੍ਰਾਇਮਰੀ ਤਰੀਕਾ ਕੀ ਹੈ? ਤਾਂ ਆਨਸਰ ਆਏਗਾ ਆਪਸ਼ਨ ਬੀ ਜੋ ਹੈ ਸਰਵੇ। ਸਰਵੇ ਨੂੰ ਪੰਜਾਬੀ ਵਿੱਚ ਸਰਵੇਖਣ ਕਿਹਾ ਜਾਂਦਾ ਹੈ। ਠੀਕ ਹੈ ਜੀ। ਸਰਵੇ ਦੇ ਵਿੱਚ ਆਪਾਂ ਕੁਐਸਚਨ ਪੁੱਛ ਕੇ ਲੋਕਾਂ ਤੋਂ ਜਿਹੜਾ ਡੇਟਾ ਗਾ ਉਹ ਇਕੱਤਰ ਕਰਦੇ ਹਾਂ। ਹੁਣ ਚੱਲਦੇ ਹਾਂ ਅਗਲੇ ਕੁਐਸਚਨ 'ਤੇ। ਵਿਚ ਡੇਟਾ ਕਲੈਕਸ਼ਨ ਮੈਥਡ ਇਨਵੋਲਵ ਆਸਕਿੰਗ ਦਾ ਓਪਨ ਐਂਡਡ ਕੁਐਸਚਨ to gather in-depth information about a specific health issue। ਕਿਸੇ ਖਾਸ ਸਿਹਤ ਮੁੱਦੇ ਬਾਰੇ ਡੂੰਘਾਈ ਨਾਲ ਜਾਣਕਾਰੀ ਇਕੱਠੀ ਕਰਨ ਲਈ ਕਿਸ ਡਾਟਾ ਇਕੱਠਾ ਕਰਨ ਦੇ ਢੰਗ ਵਿੱਚ ਖੁੱਲ੍ਹੇ ਸਵਾਲ ਪੁੱਛਣੇ ਸ਼ਾਮਿਲ ਹੁੰਦੇ ਹਨ? ਤਾਂ ਆਨਸਰ ਆਏਗਾ ਆਪਸ਼ਨ ਸੀ ਇੰਟਰਵਿਊ। ਇੰਟਰਵਿਊ ਦੇ ਵਿੱਚ ਆਪਾਂ ਪੇਸ਼ੈਂਟ ਨੂੰ ਯਾਨੀ ਕਿ ਕਲਾਇੰਟ ਨੂੰ ਸਾਹਮਣੇ ਬਿਠਾ ਕੇ ਉਸ ਤੋਂ ਓਪਨ ਐਂਡਡ ਜਾਂ ਕਲੋਜ਼ ਐਂਡਡ ਕੁਐਸਚਨ ਪੁੱਛ ਕੇ ਜਾਣਕਾਰੀ ਇਕੱਠੀ ਕਰ ਸਕਦੇ ਹਾਂ। ਜੇ ਜ਼ਿਆਦਾ ਡੂੰਘੀ ਜਾਣਕਾਰੀ ਇਕੱਠੀ ਕਰਨੀ ਹੋਵੇ ਤਾਂ ਆਪਾਂ ਓਪਨ ਐਂਡਡ ਕੁਐਸਚਨ ਪੁੱਛਦੇ ਹਾਂ। ਸੋ ਇੱਥੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਓਪਨ ਐਂਡਡ ਅਤੇ ਕਲੋਜ਼ ਐਂਡਡ ਕੁਐਸਚਨ ਦਾ ਕੀ ਭਾਵ ਹੁੰਦਾ ਹੈ। ਤਾਂ ਓਪਨ ਐਂਡਡ ਕੁਐਸਚਨ ਦਾ ਮਤਲਬ ਹੁੰਦਾ ਹੈ ਉਹ ਕੁਐਸਚਨ ਜਿਸ ਦੇ ਵਿੱਚ ਵੱਖ-ਵੱਖ ਕਲਾਇੰਟ ਵੱਖ-ਵੱਖ ਆਨਸਰ ਦੇ ਸਕਦੇ ਹਨ। ਠੀਕ ਹੈ। ਜਿਹੜੇ ਕਲੋਜ਼ ਐਂਡਡ ਹੁੰਦੇ ਨੇ ਉਹ ਕੁਐਸਚਨ ਹੁੰਦੇ ਨੇ ਜਿਨ੍ਹਾਂ ਵਿੱਚ ਸਿਰਫ ਯੈਸ ਨੋ ਆਨਸਰ ਹੁੰਦਾ ਹੈ ਅਤੇ ਉਸ ਦੇ ਵਿੱਚ ਕਲਾਇੰਟ ਜ਼ਿਆਦਾ ਨਹੀਂ ਬੋਲ ਸਕਦਾ। ਕੁਐਸਚਨ ਨੰਬਰ 3, ਐਕਸਟੈਂਸ਼ਨ ਐਜੂਕੇਟਰ ਆਫਨ ਕਲੈਕਟ ਡੇਟਾ ਥਰੂ ਡਾਇਰੈਕਟ ਵਿਜ਼ੂਅਲ ਔਰ ਆਡੀਟਰੀ ਐਗਜ਼ਾਮੀਨੇਸ਼ਨ। ਦਿਸ ਮੈਥਡ ਇਜ਼ ਕਾਲਡ। ਮਤਲਬ ਜੇ ਤੁਸੀਂ ਐਜ਼ ਆ ਐਕਸਟੈਂਸ਼ਨ ਐਜੂਕੇਟਰ ਕਿਸੇ ਨੂੰ ਦੇਖ ਕੇ ਜਾਂ ਕਿਸੇ ਨੂੰ ਸੁਣ ਕੇ ਡੇਟਾ ਇਕੱਠਾ ਕਰਦੇ ਹੋ ਤਾਂ ਇਸ ਵਿਧੀ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸ ਨੂੰ ਕਿਹਾ ਜਾਂਦਾ ਹੈ ਆਪਸ਼ਨ ਬੀ ਆਬਜ਼ਰਵੇਸ਼ਨ। ਆਬਜ਼ਰਵੇਸ਼ਨ ਤੋਂ ਭਾਵ ਹੁੰਦਾ ਨਿਰੀਖਣ ਕਰਨਾ। ਠੀਕ ਹੈ। ਜਿਵੇਂ ਮੰਨ ਲਓ ਤੁਸੀਂ ਕਿਸੇ ਸਮੂਹ ਨੂੰ ਜਾਂ ਕਿਸੇ ਵਿਅਕਤੀ ਨੂੰ ਓਬਜ਼ਰਵ ਕਰਨਾ ਹੈ ਤਾਂ ਤੁਸੀਂ ਉਸ ਦੇ ਨਾਲ ਉਸ ਦੇ ਕੰਮ ਵਿੱਚ ਪਾਰਟੀਸਪੇਟ ਕਰਦੇ ਹੋਏ ਉਸ ਨੂੰ ਦੇਖ ਸਕਦੇ ਹੋ ਅਤੇ ਉਸ ਦੇ ਬਿਹੇਵੀਅਰ ਨੂੰ ਅਸੈਸ ਕਰ ਸਕਦੇ ਹੋ। ਤਾਂ ਉਸ ਨੂੰ ਆਪਾਂ ਕਹਾਂਗੇ ਪਾਰਟੀਸਪੇਟਰੀ ਆਬਜ਼ਰਵੇਸ਼ਨ, ਯਾਨੀ ਕਿ ਭਾਗੀਦਾਰੀ ਨਿਰੀਖਣ। ਅਗਲਾ ਕੁਐਸਚਨ ਤੁਹਾਡਾ ਹੈ, ਇਨ ਹੈਲਥ ਐਜੂਕੇਸ਼ਨ ਪ੍ਰੋਗਰਾਮ ਵਾਟ ਮੈਥਡ ਆਫ ਡੇਟਾ ਕਲੈਕਸ਼ਨ ਇਜ਼ ਯੂਜ਼ ਟੂ ਅਸੈਸ ਦਾ ਇੰਪੈਕਟ ਆਫ ਇੰਟਰਵੈਂਸ਼ਨ ਔਨ ਹੈਲਥ ਆਊਟਕਮ। ਤੋਂ ਇਸ ਕੁਐਸਚਨ ਦਾ ਕੀ ਭਾਵ ਹੈ ਕਿ ਜੇ ਤੁਸੀਂ ਕਿਸੇ ਹੈਲਥ ਐਜੂਕੇਸ਼ਨ ਪ੍ਰੋਗਰਾਮ ਦੇ ਵਿੱਚ ਡੇਟਾ ਕਲੈਕਟ ਕਰਨਾ ਚਾਹੁੰਦੇ ਹੋ ਉਸ ਬਾਰੇ ਜਦੋਂ ਤੁਸੀਂ ਕਿਸੇ ਰੋਗੀਆਂ ਦੇ ਸਮੂਹ ਉੱਪਰ ਕੋਈ ਟਰੀਟਮੈਂਟ ਅਪਲਾਈ ਕੀਤਾ ਹੈ ਅਤੇ ਉਸ ਟਰੀਟਮੈਂਟ ਦਾ ਕੀ ਨਤੀਜਾ ਨਿਕਲਿਆ ਉਹਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਸ ਦਾ ਉੱਤਰ ਆਏਗਾ ਆਪਸ਼ਨ ਸੀ ਪ੍ਰੀ ਪੋਸਟ ਅਸੈਸਮੈਂਟ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਮੰਨ ਲਓ ਮੈਂ ਐਜ਼ ਏ ਡਾਕਟਰ ਗੱਲ ਕਰਾਂ ਤਾਂ ਸਪੋਜ਼ ਮੈਂ ਕਿਸੇ ਨੂੰ ਟਰੀਟਮੈਂਟ ਦਿੱਤਾ ਸ਼ੂਗਰ ਦੇ ਪੇਸ਼ੈਂਟ ਬਾਰੇ। ਠੀਕ ਹੈ। ਤਾਂ ਸ਼ੂਗਰ ਦੇ ਪੇਸ਼ੈਂਟ ਦਾ ਮੈਂ ਇੱਕ ਸਮੂਹ ਤਿਆਰ ਕੀਤਾ ਅਤੇ ਉਹਨਾਂ ਦੀ ਪਹਿਲਾਂ ਸ਼ੂਗਰ ਜਾਂਚੀ ਤਾਂ ਉਹਨੂੰ ਕਹਾਂਗੇ ਪ੍ਰੀ ਅਸੈਸਮੈਂਟ। ਉਸ ਤੋਂ ਬਾਅਦ ਉਹਨਾਂ ਨੂੰ ਇੱਕ ਮੈਡੀਸਨ ਟਰੀਟਮੈਂਟ ਦਿੱਤਾ ਅਤੇ ਮੰਨ ਲਓ 15 ਜਾਂ 20 ਦਿਨ ਬਾਅਦ ਸਾਰੇ ਸਮੂਹ ਦਾ ਦੁਬਾਰਾ ਟੈਸਟ ਕੀਤਾ ਗਿਆ ਤਾਂ ਸ਼ੂਗਰ ਦੀ ਜੋ ਮੈਡੀਸਨ ਸੀ ਉਸ ਦੇ ਮੈਂ ਇੰਪੈਕਟ ਨੂੰ ਜਾਣਨਾ ਚਾਹਿਆ ਕਿ ਉਸਨੇ ਕੰਮ ਕੀਤਾ ਜਾਂ ਨਹੀਂ ਕੀਤਾ। ਠੀਕ ਹੈ। ਤਾਂ ਇੱਕ ਤਾਂ ਮੈਂ ਮੈਡੀਸਨ ਦੇਣ ਤੋਂ ਪਹਿਲਾਂ ਉਹਨਾਂ ਦੀ ਸ਼ੂਗਰ ਚੈੱਕ ਕੀਤੀ, ਫਿਰ ਟਰੀਟਮੈਂਟ ਤੋਂ ਬਾਅਦ ਸ਼ੂਗਰ ਚੈੱਕ ਕੀਤੀ। ਤਾਂ ਇਸ ਨੂੰ ਕੀ ਕਹਾਂਗੇ ਪ੍ਰੀ ਐਂਡ ਪੋਸਟ, ਮਤਲਬ ਪਹਿਲਾਂ ਅਤੇ ਮਗਰੋਂ ਅਸੈਸਮੈਂਟ ਕਰਨਾ।
ਸੋ ਹੈਲਥ ਐਜੂਕੇਸ਼ਨ ਦੇ ਵਿੱਚ ਪ੍ਰੀ ਅਤੇ ਪੋਸਟ ਅਸੈਸਮੈਂਟ ਦਾ ਬਹੁਤ ਮਹੱਤਵ ਹੁੰਦਾ ਹੈ। ਉਸ ਦੇ ਬੇਸ 'ਤੇ ਹੀ, ਉਸ ਦੇ ਆਧਾਰ 'ਤੇ ਹੀ ਆਪਾਂ ਇਹ ਪਤਾ ਕਰ ਸਕਦੇ ਹਾਂ ਕਿ ਕੋਈ ਮੈਡੀਸਨਲ ਟਰੀਟਮੈਂਟ ਕਿੰਨਾ ਕੁ ਜ਼ਿਆਦਾ ਪ੍ਰਭਾਵਸ਼ਾਲੀ ਹੋਵੇਗਾ ਜਾਂ ਨਹੀਂ ਹੋਵੇਗਾ, ਉਸ ਨੂੰ ਅੱਗੇ ਇੰਪਲੀਮੈਂਟ ਕਰਨਾ ਚਾਹੀਦਾ ਹੈ ਜਾਂ ਨਹੀਂ। ਤਾਂ ਆਪਾਂ ਹੁਣ ਚੱਲਦੇ ਹਾਂ ਅਗਲੇ ਕੁਐਸਚਨ ਦੇ ਉੱਪਰ। ਅਗਲਾ ਕੁਐਸਚਨ ਆਪਣਾ ਹੈਗਾ, ਵਿਚ ਮੈਥਡ ਆਫ ਡੇਟਾ ਕਲੈਕਸ਼ਨ ਇਨਵੋਲਵ ਦਾ ਸਿਲੈਕਟਿੰਗ ਆਰ ਰਿਪਰੈਜ਼ੈਂਟੇਟਿਵ ਸੈਂਪਲ ਐਂਡ ਮੈਜ਼ਰਿੰਗ ਸਪੈਸੀਫਿਕ ਹੈਲਥ ਇੰਡੀਕੇਟਰ ਟੂ ਡਰਾ ਕਨਕਲੂਜ਼ਨ ਅਬਾਊਟ ਅ ਲਾਰਜਰ ਪੋਪੂਲੇਸ਼ਨ। ਤਾਂ ਇਸ ਦਾ ਕੀ ਮਤਲਬ ਹੋਇਆ ਕਿ ਆਪਾਂ ਬਹੁਤ ਵੱਡੇ ਸਮੂਹ ਦੀ ਸਟੱਡੀ ਕਰਨ ਵਾਸਤੇ ਉਹਨਾਂ ਦੇ ਵਿੱਚੋਂ ਇੱਕ ਛੋਟਾ ਸੈਂਪਲ ਚੁਣਦੇ ਹਾਂ। ਠੀਕ ਹੈ, ਮਤਲਬ ਆਪਾਂ 1000 ਲੋਕਾਂ 'ਤੇ ਰਿਸਰਚ ਕਰਨੀ ਹੈ ਤਾਂ 1000 'ਤੇ ਆਪਾਂ ਇਕੱਠਾ ਡੇਟਾ ਨਹੀਂ ਕਰ ਸਕਦੇ, ਤਾਂ 1000 ਦੇ ਵਿੱਚੋਂ ਮੰਨ ਲਓ ਆਪਾਂ 50 ਜਾਂ 100 ਲੋਕਾਂ ਦਾ ਇੱਕ ਸੈਂਪਲ, ਇੱਕ ਨਮੂਨਾ ਚੁਣ ਲੈਂਦੇ ਹਾਂ। ਠੀਕ ਹੈ ਜੀ, ਤਾਂ ਉਸ ਦੇ ਆਧਾਰ ਦੇ ਉੱਪਰ ਹੀ ਲਾਰਜ ਪੋਪੂਲੇਸ਼ਨ ਨੂੰ ਸਟੱਡੀ ਕਰਦੇ ਹਾਂ, ਸਿਰਫ ਸੈਂਪਲ ਦੇ ਆਧਾਰ 'ਤੇ। ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ? ਸੋ ਇਸ ਨੂੰ ਵੀ ਕਿਹਾ ਜਾਂਦਾ ਸਰਵੇ। ਸਰਵੇ ਇਸ ਦਾ ਆਨਸਰ ਆਵੇਗਾ। ਜਿਵੇਂ ਤੁਸੀਂ ਇਲੈਕਸ਼ਨ ਦੇ ਟਾਈਮ 'ਤੇ ਦੇਖਦੇ ਹੋ ਕਿ ਸਰਵੇ ਕਰਕੇ ਇਹ ਦੱਸਿਆ ਜਾਂਦਾ ਹੈ ਕਿ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਦੇ ਆਧਾਰ 'ਤੇ ਹੈ ਨਾ, ਵੀ ਕੌਣ, ਕਿਹੜੀ ਪਾਰਟੀ ਜਾਂ ਕਿਹੜਾ ਪਰਸਨ ਜਿੱਤ ਰਿਹਾ ਹੈ। ਠੀਕ ਹੈ ਜੀ, ਤਾਂ ਉੱਥੇ ਸਰਵੇ ਬਹੁਤ ਘੱਟ ਲੋਕਾਂ 'ਤੇ ਕਰਕੇ ਇੱਕ ਵੱਡੇ ਸਮੂਹ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਅਗਲਾ ਕੁਐਸਚਨ, ਇਨ ਦਾ context of community health education, what data collection method involve bringing together a group of people to discuss a specific health topic? ਕਮਿਊਨਿਟੀ ਹੈਲਥ ਐਜੂਕੇਸ਼ਨ ਦੇ ਸੰਦਰਭ ਵਿੱਚ ਕਿਸੇ ਖਾਸ ਸਿਹਤ ਵਿਸ਼ੇ 'ਤੇ ਚਰਚਾ ਕਰਨ ਲਈ ਲੋਕਾਂ ਦੇ ਸਮੂਹ ਨੂੰ ਇਕੱਠਾ ਕਰਨ ਦੇ ਲਈ ਕਿਹੜਾ ਡੇਟਾ ਇਕੱਠਾ ਕਰਨਾ ਸ਼ਾਮਿਲ ਹੈ? ਮਤਲਬ ਕੀ ਹੋਇਆ, ਐਗਜ਼ਾਮਪਲ ਦੇ ਤੌਰ 'ਤੇ ਮੈਂ ਗੱਲ ਕਰਾਂ, ਮੰਨ ਲਓ ਕੋਈ HIV ਦੇ ਪੇਸ਼ੈਂਟ ਦੇ ਉੱਪਰ ਮੈਂ ਖੋਜ ਕਰਨਾ ਚਾਹਵਾਂ, ਤਾਂ ਮੈਂ ਸਿਰਫ HIV ਦੇ ਪੇਸ਼ੈਂਟਸ ਨੂੰ ਇਕੱਠਾ ਕਰੂੰਗਾ ਅਤੇ ਉਹਨਾਂ ਦੇ ਉੱਪਰ HIV ਦੀ ਜਿਹੜੀ ਬਿਮਾਰੀ ਹੈ ਉਹਦੇ ਸੰਬੰਧ ਵਿੱਚ ਹੀ ਚਰਚਾ ਕਰਾਂਗਾ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਅੰਕੜੇ ਇਕੱਠੇ ਕਰਨ ਨੂੰ ਕੀ ਕਿਹਾ ਜਾਂਦਾ? ਤਾਂ ਆਨਸਰ ਆਏਗਾ ਫੋਕਸ ਗਰੁੱਪ। ਕਿਉਂਕਿ ਮੈਂ HIV ਦੇ ਉੱਪਰ ਹੀ ਖੋਜ ਕਰਨੀ, ਤਾਂ ਮੈਂ ਹੋਰ ਲੋਕਾਂ ਨੂੰ ਉੱਥੇ ਨਹੀਂ ਬਿਠਾਵਾਂਗਾ, ਤਾਂ ਇੱਕ ਖਾਸ ਸਮੂਹ ਜਾਣੀ ਕਿ HIV ਤੋਂ ਪੀੜਤ ਲੋਕਾਂ ਨੂੰ ਹੀ ਉੱਥੇ ਬਿਠਾਇਆ ਜਾਵੇਗਾ। ਠੀਕ ਹੈ, ਰੋਗੀਆਂ ਨੂੰ ਬਿਠਾਇਆ ਜਾਵੇਗਾ। ਸੋ ਉਹਨਾਂ ਦੇ ਨਾਲ HIV ਦੇ ਬਾਰੇ ਹੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੋ ਇਸ ਤਰ੍ਹਾਂ ਨੂੰ ਕਿਹਾ ਜਾਂਦਾ ਹੈ ਫੋਕਸ ਗਰੁੱਪ। ਅਗਲਾ ਕੁਐਸਚਨ, ਵਿਚ ਡੇਟਾ ਕਲੈਕਸ਼ਨ ਮੈਥਡ ਇਨਵੋਲਵ ਚੇਂਜਿੰਗ ਵਨ ਔਰ ਮੋਰ ਵੇਰੀਏਬਲ ਐਂਡ ਓਬਜ਼ਰਵਿੰਗ ਦਾ ਇਫੈਕਟ ਆਫ ਔਨ ਹੈਲਥ ਆਊਟਕਮ। ਮਤਲਬ ਕੀ ਹੋਇਆ, ਕਿਹੜਾ ਡਾਟਾ ਇਕੱਠਾ ਕਰਨ ਦੇ ਢੰਗ ਵਿੱਚ ਇੱਕ ਜਾਂ ਇੱਕ ਤੋਂ ਵੱਧ ਵੇਰੀਏਬਲ ਨੂੰ ਬਦਲਣਾ ਅਤੇ ਸਿਹਤ ਦੇ ਨਤੀਜਿਆਂ ਦੇ ਪ੍ਰਭਾਵ ਨੂੰ ਦੇਖਣਾ ਸ਼ਾਮਿਲ ਹੁੰਦਾ ਹੈ। ਸੋ ਇਸ ਕੁਐਸਚਨ 'ਚ ਬੇਸਿਕਲੀ ਇਹ ਪੁੱਛਿਆ ਗਿਆ ਹੈ ਕਿ ਜਦੋਂ ਆਪਾਂ ਇੱਕ ਚੀਜ਼ ਨੂੰ ਵਧਾਈਏ ਜਾਂ ਘਟਾਈਏ ਅਤੇ ਦੂਜੀ ਉੱਪਰ ਉਸ ਦੇ ਪ੍ਰਭਾਵ ਨੂੰ ਦੇਖੀਏ, ਤਾਂ ਇਸ ਤਰ੍ਹਾਂ ਦੇ ਡਾਟਾ ਇਕੱਠਾ ਕਰਨ ਨੂੰ ਕੀ ਕਿਹਾ ਜਾਵੇਗਾ? ਆਨਸਰ ਆਵੇਗਾ ਐਕਸਪੈਰੀਮੈਂਟ, ਯਾਨੀ ਕਿ ਪ੍ਰਯੋਗ। ਉਦਾਹਰਨ ਦੇ ਤੌਰ 'ਤੇ ਮੰਨ ਲਓ ਆਪਾਂ ਜਿਵੇਂ ਮੈਂ ਇਸ ਵੀਡੀਓ 'ਚ ਸ਼ੂਗਰ ਦੀ ਇੱਕ ਐਗਜ਼ਾਮਪਲ ਲਿੱਤੀ ਸੀ। ਠੀਕ ਹੈ, ਤਾਂ ਮੰਨ ਲਓ ਇੱਕ ਪੇਸ਼ੈਂਟ ਨੂੰ ਸ਼ੂਗਰ ਹੈ ਅਤੇ ਉਹ ਮੈਡੀਸਨ ਖਾ ਰਿਹਾ ਹੈ ਕੋਈ ਵੀ। ਹੁਣ ਆਪਾਂ ਮੰਨ ਲਓ ਡੋਜ਼ ਦੀ ਜਿਹੜੀ ਮਿਕਦਾਰ ਹੈ ਉਹ ਵਧਾ ਦਈਏ, ਯਾਨੀ ਕਿ ਮਾਤਰਾ ਵਧਾ ਦਈਏ। ਠੀਕ ਹੈ, ਤਾਂ ਮਾਤਰਾ ਵਧਾਉਣ ਦੇ ਨਾਲ ਆਪਾਂ ਦੇਖਣਾ ਵੀ ਕਿੰਨੀ ਮਾਤਰਾ ਵਧਣ ਦੇ ਨਾਲ ਕਿੰਨਾ ਇਫੈਕਟ ਜ਼ਿਆਦਾ ਆਇਆ। ਠੀਕ ਹੈ, ਜਾਂ ਕਿੰਨੀ ਮਾਤਰਾ ਘਟਣ ਨਾਲ ਕਿੰਨਾ ਇਫੈਕਟ ਘਟਿਆ। ਤਾਂ ਇਸ ਤਰ੍ਹਾਂ ਦੇ ਆਪਾਂ ਪ੍ਰਯੋਗ ਕਰਨੇ ਆ, ਮਤਲਬ ਇੱਕ ਚੀਜ਼ ਨੂੰ ਵਧਾਇਆ ਅਤੇ ਦੂਜੀ ਚੀਜ਼ ਉੱਪਰ ਤਾਂ ਪ੍ਰਭਾਵ ਦੇਖਿਆ ਵੀ ਵਧਣ ਨਾਲ ਚੀਜ਼ ਵੱਧ ਰਹੀ ਹੈ ਜਾਂ ਘਟਣ ਨਾਲ ਚੀਜ਼ ਘਟ ਰਹੀ ਹੈ ਜਾਂ ਉਲਟਾ ਹੋ ਰਿਹਾ, ਤਾਂ ਆਪਾਂ ਕੋਰਿਲੇਸ਼ਨ ਦੇਖਾਂਗੇ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਦਾ ਜਿਹੜਾ ਮੈਥਡ ਹੁੰਦਾ ਇਸ ਨੂੰ ਆਪਾਂ ਪ੍ਰਯੋਗ ਕਰਨਾ ਕਹਿੰਦੇ ਹਾਂ, ਯਾਨੀ ਕਿ ਐਕਸਪੈਰੀਮੈਂਟ। ਨੈਕਸਟ ਕੁਐਸਚਨ, ਡੇਟਾ ਕਲੈਕਟਡ ਥਰੂ ਐਕਸਟੈਂਸ਼ਨ ਐਜੂਕੇਸ਼ਨ ਮੈਥਡ ਆਰ ਇਸੈਂਸ਼ੀਅਲ ਫॉर। ਐਕਸਟੈਂਸ਼ਨ ਐਜੂਕੇਸ਼ਨ ਵਿਧੀਆਂ ਦੁਆਰਾ ਡੇਟਾ ਜਿਹੜਾ ਆਪਾਂ ਇਕੱਤਰ ਕਰਦੇ ਹਾਂ ਉਹ ਕਿਉਂ ਜ਼ਰੂਰੀ ਹੈ? ਤਾਂ ਆਨਸਰ ਆਏਗਾ ਆਪਸ਼ਨ ਏ, ਆਈਡੈਂਟੀਫਾਈਂਗ ਦਾ ਹੈਲਥ ਪ੍ਰੋਬਲਮਸ। ਮਤਲਬ ਕਿਸੇ ਵੀ ਖਾਸ ਸਮੁਦਾਇ, ਕਿਸੇ ਕਮਿਊਨਿਟੀ ਦੇ ਵਿੱਚ ਸਿਹਤ ਸਮੱਸਿਆਵਾਂ ਦੀ ਪਹਿਚਾਣ ਕਰਨ ਦੇ ਲਈ ਐਕਸਟੈਂਸ਼ਨ ਐਜੂਕੇਸ਼ਨ ਵਿਧੀ ਰਾਹੀਂ ਡੇਟਾ ਇਕੱਠਾ ਕੀਤਾ ਜਾਂਦਾ, ਯਾਨੀ ਕਿ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਅਤੇ ਉਹਨਾਂ ਅੰਕੜਿਆਂ ਦੇ ਆਧਾਰ ਦੇ ਉੱਪਰ ਜਿਹੜੀਆਂ ਨਵੀਆਂ ਪੋਲਿਸੀਜ਼ ਨੇ ਉਹ ਬਣਾਈਆਂ ਜਾਂਦੀਆਂ ਨੇ ਕਿ ਉਸ ਕਮਿਊਨਿਟੀ ਨੂੰ, ਉਸ ਕਮਿਊਨਿਟੀ ਦੇ ਲੋਕਾਂ ਨੂੰ ਸਿਹਤ ਸਮੱਸਿਆਵਾਂ ਤੋਂ ਕਿਵੇਂ ਨਿਜਾਤ ਪਾਉਣ ਦੇ ਲਈ ਜਿਹੜਾ ਹੈਗਾ ਮਤਲਬ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਟਰੀਟਮੈਂਟ ਪਲਾਨ ਬਣਾ ਕੇ ਦਿੱਤਾ ਜਾ ਸਕਦਾ ਹੈ। ਸੋ ਚੱਲਦੇ ਆਪਾਂ ਅਗਲੇ ਕੁਐਸਚਨ 'ਤੇ। ਅਗਲਾ ਕੁਐਸਚਨ ਹੈ, ਐਕਸਟੈਂਸ਼ਨ ਐਜੂਕੇਟਰ ਕਲੈਕਟ ਡੇਟਾ ਟੂ ਡਿਜ਼ਾਈਨ ਐਂਡ ਇੰਪਲੀਮੈਂਟ ਹੈਲਥ ਪ੍ਰੋਗਰਾਮ, ਇਵੈਲੂਏਟ ਦੇਅਰ ਇਫੈਕਟਿਵਨੈਸ, ਮੇਕ ਇਨਫੋਰਮਡ ਡਿਸੀਜ਼ਨ, ਵਾਟ ਇਜ਼ ਦਿਸ ਪ੍ਰੋਸੈਸ ਕਾਲਡ? ਸੋ ਇਸ ਦਾ ਮਤਲਬ ਕੀ ਹੋਇਆ ਕਿ ਜਿਹੜਾ ਐਕਸਟੈਂਸ਼ਨ ਐਜੂਕੇਟਰ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਡੇਟਾ ਕਲੈਕਟ ਕਰਦਾ ਹੈ ਅਤੇ ਫਿਰ ਉਸ ਦੇ ਆਧਾਰ ਦੇ ਉੱਪਰ ਹੈਲਥ ਪ੍ਰੋਗਰਾਮ ਨੂੰ ਡਿਜ਼ਾਈਨ ਕਰਦਾ ਹੈ,
ਫਿਰ ਉਸ ਹੈਲਥ ਪ੍ਰੋਗਰਾਮ ਨੂੰ ਕਮਿਊਨਿਟੀ ਦੇ ਵਿੱਚ ਲਾਗੂ ਕਰਦਾ ਹੈ, ਫਿਰ ਉਸ ਦੀ ਪ੍ਰਭਾਵਸ਼ੀਲਤਾ ਨੂੰ ਚੈੱਕ ਕਰਦਾ ਹੈ, ਮੁਲਾਂਕਣ ਕਰਦਾ ਹੈ ਅਤੇ ਉਸ ਤੋਂ ਬਾਅਦ ਉਹ ਕੋਈ ਫੈਸਲਾ ਲੈਂਦਾ ਹੈ। ਤਾਂ ਇਸ ਪੂਰੀ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਆਨਸਰ ਆਏਗਾ ਨੀਡ ਅਸੈਸਮੈਂਟ। ਨੀਡ ਅਸੈਸਮੈਂਟ ਤੋਂ ਭਾਵ ਹੁੰਦਾ ਕਿ ਸਮੁਦਾਇ ਦੇ ਵਿੱਚ ਲੋਕਾਂ ਦੀਆਂ, ਜਾਣੀ ਕਿ ਕਮਿਊਨਿਟੀ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਜਾਂਚਣਾ ਕਿ ਉਹਨਾਂ ਨੂੰ ਕੀ ਜ਼ਰੂਰਤਾਂ ਨੇ, ਕੀ ਉਹਨਾਂ ਨੂੰ ਦਿੱਤਾ ਜਾ ਸਕਦਾ ਤਾਂ ਕਿ ਉਹ ਸਿਹਤ ਸਮੱਸਿਆਵਾਂ ਤੋਂ ਨਿਜਾਤ ਪਾ ਸਕਣ। ਲਾਸਟ ਕੁਐਸਚਨ ਇਸ ਵੀਡੀਓ ਦਾ ਹੈ, ਡੇਟਾ ਕਲੈਕਟਡ ਥਰੂ ਐਕਸਟੈਂਸ਼ਨ ਐਜੂਕੇਟਰ ਮੈਥਡ ਆਰ ਇਸੈਂਸ਼ੀਅਲ ਫॉर। ਐਕਸਟੈਂਸ਼ਨ ਐਜੂਕੇਸ਼ਨ ਵਿਧੀਆਂ ਦੁਆਰਾ ਇਕੱਤਰ ਕੀਤਾ ਡੇਟਾ ਇੰਨਾ ਜ਼ਰੂਰੀ ਕਿਉਂ ਹੈ? ਤਾਂ ਆਨਸਰ ਆਏਗਾ ਆਪਸ਼ਨ ਏ, ਆਈਡੈਂਟੀਫਾਈਂਗ ਦਾ ਹੈਲਥ ਪ੍ਰੋਬਲਮਸ, ਸਿਹਤ ਸਮੱਸਿਆਵਾਂ ਦੀ ਪਹਿਚਾਣ ਕਰਨਾ। ਸੋ ਲਾਸਟ ਇਮੇਜ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਕੁਐਸਚਨ ਤੁਹਾਨੂੰ ਹਿੰਦੀ ਵਿੱਚ ਵੀ ਮਿਲਣਗੇ, ਪੰਜਾਬੀ ਵਿੱਚ ਵੀ ਅਤੇ ਇੰਗਲਿਸ਼ ਵਿੱਚ ਵੀ, ਤਾਂ ਕਿ ਤੁਹਾਨੂੰ ਬੈਟਰ ਅੰਡਰਸਟੈਂਡਿੰਗ ਹੋ ਸਕੇ, ਪ੍ਰੋਪਰ ਸਮਝ ਆ ਸਕੇ। ਅਤੇ ਉਮੀਦ ਕਰਦਾ ਹੀ ਵੀਡੀਓ ਤੁਹਾਨੂੰ ਪਸੰਦ ਆਵੇਗਾ। ਬਹੁਤ ਹੀ ਵਾਜਿਬ ਫੀਸ ਦੇ ਵਿੱਚ ਸਾਰੇ ਹੀ ਮੈਡੀਕਲ, ਪੈਰਾਮੈਡੀਕਲ ਕੋਰਸਿਸ ਦੇ ਜਿਹੜੇ ਮਟੀਰੀਅਲ ਹੈ, ਸਟੱਡੀ ਮਟੀਰੀਅਲ, ਉਹ ਮੇਰੇ ਕੋਲ ਉਪਲਬਧ ਹੈ, ਜੋ ਤੁਸੀਂ OCDC ਐਜੂ ਪੁਆਇੰਟ ਉੱਪਰ ਪਰਚੇਸ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ 9876 71788 9876371788 'ਤੇ ਸੰਪਰਕ ਕਰ ਸਕਦੇ ਹੋ ਜਾਂ WhatsApp ਮੈਸੇਜ ਕਰ ਸਕਦੇ ਹੋ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ, ਸ਼ੇਅਰ ਵੀ ਜ਼ਰੂਰ ਕਰਦੇ ਰਹੋ। ਥੈਂਕ ਯੂ, ਥੈਂਕਸ ਫॉर ਵਾਚਿੰਗ।